ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ ਜੀ, ਆਪਣਾ ਅੱਜ ਦਾ ਵਿਸ਼ਾ ਹੈ ਉਹ ਬੁਰੀ ਸੰਗਤ ਛੱਡ ਕੇ ਘਰ ਆ ਗਿਆ। ਉਹ ਬੁਰੀ ਸੰਗਤ ਛੱਡ ਕੇ ਘਰ ਆ ਗਿਆ। ਸੋ ਪਿਆਰੀ ਸਾਧ ਸੰਗਤ ਜੀ, ਅੱਜ ਫਿਰ ਆਪਾਂ ਆਪ ਜੀ ਦੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵੀਂ ਗਾਥਾ ਲੈ ਕੇ ਆਏ ਹਾਂ। ਤੇ ਆਪਣਾ ਅੱਜ ਦਾ ਵਿਸ਼ਾ ਹੈ ਕਿ ਗੁਰਬਾਣੀ ਦਾ ਜਾਂ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦਾ ਸਿਮਰਨ ਕਰਨ ਨਾਲ, ਗੁਰਬਾਣੀ ਦਾ ਜਾਂ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦਾ ਸਿਮਰਨ ਕਰਨ ਨਾਲ ਵਿਗੜੇ ਲੋਕ ਵੀ ਸੁਧਰ ਜਾਂਦੇ ਹਨ। ਸਭ ਤੋਂ ਪਹਿਲਾਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮੇਰੇ ਨਾਲ ਉਹ ਸੰਗਤਾਂ ਹੀ ਸੰਪਰਕ ਕਰਨ, ਮੇਰੇ ਨਾਲ ਉਹ ਸੰਗਤਾਂ ਹੀ ਸੰਪਰਕ ਕਰਨ ਜਿਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਅਤੇ ਗੁਰਬਾਣੀ ਦੀ ਸ਼ਕਤੀ ਉੱਤੇ ਸ਼ਰਧਾ ਰੱਖਦੀਆਂ ਹਨ। ਜਿਨ੍ਹਾਂ ਨੂੰ ਗੁਰਬਾਣੀ ਦੇ ਨਾਲ ਪਿਆਰ ਹੈ ਅਤੇ ਗੁਰਬਾਣੀ ਦੀ ਸ਼ਕਤੀ ਉੱਤੇ ਸ਼ਰਧਾ ਰੱਖਦੀਆਂ ਹਨ। ਜਿਨ੍ਹਾਂ ਨੂੰ ਨਾਮ ਦੀ ਪਿਆਸ ਹੈ ਜਾਂ ਸੱਚਮੁੱਚ ਹੀ ਗੁਰਬਾਣੀ ਰਾਹੀਂ ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਹਨ। ਧਾਗੇ ਤਵੀਤਾਂ ਉੱਤੇ ਵਿਸ਼ਵਾਸ ਕਰਨ ਵਾਲੇ ਆਪਣਾ ਸਮਾਂ ਬਰਬਾਦ ਨਾ ਕਰਨ। ਮੇਰਾ ਮਕਸਦ ਲੋਕਾਂ ਨੂੰ ਧਾਗੇ ਤਵੀਤਾਂ ਅਤੇ ਮੰਤਰਾਂ ਜੰਤਰਾਂ ਤੋਂ ਬਾਹਰ ਕੱਢਣਾ ਹੈ। ਮੈਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਗੁਰਬਾਣੀ ਨੂੰ ਸ਼ਰਧਾ, ਪ੍ਰੇਮ ਅਤੇ ਭਾਵਨਾ ਨਾਲ ਪੜ੍ਹਿਆ ਜਾਏ ਤਾਂ ਗੁਰਬਾਣੀ ਜੰਤਰਾਂ ਮੰਤਰਾਂ ਨਾਲੋਂ ਕਈ ਗੁਣਾ ਜ਼ਿਆਦਾ ਤਾਕਤਵਰ ਹੈ। ਇਹ ਸਾਰੇ ਅਨੁਭਵ ਮੈਂ ਆਪਣੇ ਜੀਵਨ ਵਿੱਚ ਕਰਕੇ ਦੇਖੇ ਹਨ। ਗੁਰਬਾਣੀ ਤੋਂ ਦੂਰ ਜਾ ਕੇ ਲੋਕਾਂ ਨੂੰ ਮੈਂ ਇਹਨਾਂ ਵੀਡੀਓਜ਼ ਦੇ ਰਾਹੀਂ ਫਿਰ ਤੋਂ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ। ਮੇਰੀ ਇਹ ਬੇਨਤੀ ਸਾਰੀਆਂ ਸੰਗਤਾਂ ਪ੍ਰਵਾਨ ਕਰਨ ਤੇ ਧਿਆਨ ਦੇ ਨਾਲ ਸੁਣਨ। ਗੁਰਬਾਣੀ ਤੇ ਵਿਸ਼ਵਾਸ ਰੱਖੋ। ਜੇ ਮੇਰੇ ਕੋਲੋਂ ਜੰਤਰਾਂ ਮੰਤਰਾਂ ਵਰਗੀ ਕੋਈ ਉਮੀਦ ਰੱਖੀ ਹੈ ਕਿ ਉਸ ਤਰੀਕੇ ਦੇ ਨਾਲ ਮੈਂ ਕੋਈ ਤੁਹਾਨੂੰ ਹੱਲ ਦੱਸਾਂਗਾ, ਨਹੀਂ। ਕਈ ਵਾਰ ਅਰਦਾਸ ਕਰਵਾ ਲੈਂਦੇ ਆ, ਪਰ ਫਿਰ ਜਦੋਂ ਗੁਰਬਾਣੀ ਪੜ੍ਹਨ ਦੀ ਗੱਲ ਹੁੰਦੀ ਹੈ ਫਿਰ ਟੋਨ ਚੇਂਜ ਹੋ ਜਾਂਦੀ ਹੈ। ਪੜ੍ਹਾਂਗੇ ਜੀ, ਪੜ੍ਹਾਂਗੇ ਜੀ, ਕਰਾਂਗੇ ਜੀ, ਕਰਾਂਗੇ, ਇੱਦਾਂ ਕਰਨ ਲੱਗ ਜਾਂਦੇ ਆ। ਸ਼ਾਇਦ ਉਹਨਾਂ ਨੇ ਇਸ ਉਮੀਦ ਨਾਲ ਹੀ ਫੋਨ ਕੀਤੇ ਹੁੰਦੇ ਕਿ ਵੀਰ ਜੀ ਸਾਨੂੰ ਕੋਈ ਤਰੀਕਾ ਦੱਸਣਗੇ, ਕੋਈ ਹੱਲ ਦੱਸਣਗੇ ਦੂਜੇ ਤਰੀਕੇ ਦੇ ਨਾਲ, ਸਾਨੂੰ ਇਹ ਦੱਸਣਗੇ ਤੁਹਾਨੂੰ ਫਲਾਣੇ ਨੇ ਤੁਹਾਡੇ ਤੇ ਕੀਤਾ, ਤੁਹਾਡਾ ਫਲਾਣਾ ਤੁਹਾਡੇ ਮਗਰ ਲੱਗਿਆ ਹੋਇਆ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਕੋਲੇ ਹੈ ਨਹੀਂ। ਇਹੋ ਜਿਹੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ। ਸਾਨੂੰ ਮਤਲਬ ਸਾਡੇ ਸਲੂਸ਼ਨ ਤੱਕ ਹੁੰਦਾ ਹੈ ਵੀ ਮਨੁੱਖ ਦੁੱਖ ਤੋਂ ਬਾਹਰ ਆ ਜੇ। ਬਸ ਇਹੀ ਮੇਰੀ ਇੱਛਾ ਹੈ ਤੇ ਮੈਂ ਇਹੋ ਹੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰਬਾਣੀ ਹੀ ਸਭ ਤੋਂ ਪਾਵਰਫੁੱਲ ਹੈ। ਗੁਰਬਾਣੀ ਤੋਂ ਥੱਲੇ ਹੀ ਹੈ ਜੋ ਜੰਤਰ ਮੰਤਰ ਹਨ। ਕੋਈ ਜਾਦੂ ਹੈ, ਕੋਈ ਕਾਲਾ ਜਾਦੂ ਹੈ, ਕੁਛ ਵੀ ਹੈ। ਸੋ ਪਿਆਰੀ ਸਾਧ ਸੰਗਤ ਜੀ, ਆਓ ਹੁਣ ਆਪਾਂ ਗਾਥਾ ਸ਼ੁਰੂ ਕਰਦੇ ਹਾਂ। ਹਾਂਗਕਾਂਗ ਦਾ ਇੱਕ ਲੜਕਾ
ਸਾਲ ਤੱਕ ਆਪਣੇ ਘਰ ਨਹੀਂ ਵੜਦਾ ਸੀ ਅਤੇ ਬੁਰੀ ਸੰਗਤ ਵਿੱਚ ਪੈ ਚੁੱਕਿਆ ਸੀ। ਉਹ ਜਦ ਵੀ ਘਰ ਆਉਂਦਾ ਸੀ ਤਾਂ 1-2 ਦਿਨ ਘਰ ਵਿੱਚ ਰਹਿ ਕੇ ਅਤੇ ਲੜਾਈ ਝਗੜੇ ਦਾ ਹੰਗਾਮਾ ਕਰਕੇ ਫਿਰ ਚਲਾ ਜਾਂਦਾ ਸੀ। ਇੱਕ ਦਿਨ ਉਸ ਦੀ ਮਾਂ ਦਾ ਫੋਨ ਆਇਆ ਅਤੇ ਗੱਲਬਾਤ ਕਰਨ ਤੋਂ ਬਾਅਦ ਉਹ ਮਿਲਣ ਵੀ ਆ ਗਏ। ਵੈਸੇ ਉਹ ਭੈਣ ਜੀ ਆਪ ਵੀ ਬਾਣੀ ਦਾ ਬਹੁਤ ਪਾਠ ਕਰਦੇ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੋਂ ਸਹਿਜ ਪਾਠ ਵੀ ਕਰਦੇ ਹੀ ਰਹਿੰਦੇ ਸੀ। ਉਹਨਾਂ ਨੇ ਆਪਣੀ ਸਾਰੀ ਵਿਥਿਆ ਦਾਸ ਨੂੰ ਸੁਣਾਈ ਤਾਂ ਮੈਂ ਆਖਿਆ, ਭੈਣ ਜੀ ਤੁਸੀਂ ਬਾਜ਼ਾਰ ਵਿੱਚੋਂ ਕਿਸੇ ਵੀ ਟੋਆਏ ਸ਼ਾਪ ਦੇ ਉੱਤੋਂ ਰਬੜ ਦਾ ਇੱਕ ਬੁਆਏ ਟੋਆਏ ਲੈ ਕੇ ਆਓ ਜਿਸ ਦੀ ਹਾਈਟ ਤਕਰੀਬਨ 1.5 ਤੋਂ 2 ਫੁੱਟ ਦੀ ਹੋਵੇ। ਜਿਸ ਦੀ ਹਾਈਟ ਤਕਰੀਬਨ 1.5 ਤੋਂ 2 ਫੁੱਟ ਦੀ ਹੋਵੇ। ਭਾਵੇਂ ਬੈਠਾ ਹੋਵੇ ਜਾਂ ਖੜਾ ਹੋਵੇ, ਉਹ ਕੋਈ ਗੱਲ ਨਹੀਂ ਆ। ਫਿਰ ਤੁਸੀਂ ਆਪਣੇ ਹੱਥਾਂ ਦੇ ਨਾਲ ਉਸ ਦੇ ਸਾਈਜ਼ ਦਾ ਨੀਲਾ ਜਾਂ ਕੇਸਰੀ ਰੰਗ ਦਾ ਚੋਲਾ ਬਣਾ ਕੇ ਉਸ ਨੂੰ ਪਾਓ, ਕਛਹਿਰਾ ਬਣਾ ਕੇ ਪਾਓ। ਉਸ ਦੇ ਸਿਰ ਉੱਤੇ ਗੋਲ ਦਸਤਾਰ ਸਜਾਓ, ਸਾਰੇ ਕਕਾਰ ਸਜਾਓ। ਉਸ ਨੂੰ ਪੂਰਾ ਗੁਰਸਿੱਖੀ ਬਾਣਾ ਪਵਾ ਕੇ ਤਿਆਰ ਕਰ ਲਵੋ ਅਤੇ ਆਪਣੇ ਮਨ ਵਿੱਚ ਇਹ ਸਮਝਣਾ ਕਿ ਇਹ ਮੇਰਾ ਬੇਟਾ ਹੈ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੱਖੀ ਸਰੂਪ ਵਿੱਚ ਆ ਗਿਆ। ਫਿਰ ਇੱਕ ਸਿੱਖ ਰਹਿਤ ਮਰਜ਼ਾਦਾ ਦਾ ਖਰੜਾ ਲੈ ਲਵੋ, ਜਿਸ ਨੂੰ ਅਸੀਂ ਰਹਿਤ ਮਰਜ਼ਾਦਾ ਵਾਲੀ ਕਿਤਾਬ ਵੀ ਕਹਿ ਸਕਦੇ ਹਾਂ। ਪਰ ਉਹ ਸਿੱਖ ਰਹਿਤ ਮਰਜ਼ਾਦਾ ਵਾਲਾ ਖਰੜਾ ਦਮਦਮੀ ਟਕਸਾਲ ਨਾਲ ਸੰਬੰਧਿਤ ਹੋਵੇ, ਹੋਰ ਕੋਈ ਨਾ ਹੋਵੇ। ਫਿਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਣਕੇਸੀ ਇਸ਼ਨਾਨ ਕਰਨਾ ਅਤੇ ਫਿਰ ਇੱਕ ਸਾਫ ਸੁਥਰੀ ਵਿਛਾਈ ਕਰਕੇ ਉਸ ਉੱਤੇ ਬੈਠ ਜਾਣਾ ਅਤੇ ਆਪਣੇ ਸਾਹਮਣੇ ਉਸ ਗੁਰਸਿੱਖੀ ਸਰੂਪ ਵਾਲਾ ਟਵਾਇਜ਼ ਗੁੱਡਾ ਰੱਖ ਲੈਣਾ। ਫਿਰ ਤੁਸੀਂ ਬੜੇ ਹੀ ਪ੍ਰੇਮ ਦੇ ਨਾਲ ਸ੍ਰੀ ਜਾਪ ਸਾਹਿਬ ਜੀ ਦੇ 5 ਪਾਠ ਉਸ ਗੁੱਡੇ ਰੂਪੀ ਬੱਚੇ ਨੂੰ ਸੁਣਾ ਕੇ ਕਰਨੇ ਹਨ ਅਤੇ ਜਾਪ ਸਾਹਿਬ ਜੀ ਦੇ 5 ਪਾਠਾਂ ਤੋਂ ਬਾਅਦ ਉਸ ਟਵਾਏ ਬੱਚੇ ਨੂੰ ਸਿੱਖ ਰਹਿਤ ਮਰਜ਼ਾਦਾ ਵਾਲੀ ਸਾਰੀ ਕਿਤਾਬ ਪੜ੍ਹ ਕੇ ਸੁਣਾਉਣੀ ਹੈ। ਫਿਰ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਅਰਦਾਸ ਬੇਨਤੀ ਕਰਕੇ ਕਹਿਣਾ ਹੈ ਕਿ ਹੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ, ਤੁਸੀਂ ਸਾਡੇ ਉੱਤੇ ਮਿਹਰ ਕਰੋ, ਸਾਡੇ ਬੱਚੇ ਨੂੰ ਘਰ ਵਾਪਸ ਲੈ ਆਓ ਅਤੇ ਉਸ ਨੂੰ ਸਿੱਖੀ ਬਖਸ਼ੋ। ਇਸ ਤੋਂ ਇਲਾਵਾ ਆਪਣੀਆਂ ਭਾਵਨਾਵਾਂ ਨਾਲ ਹੋਰ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹੋ ਤੁਸੀਂ, ਪਰ ਸ਼ਰਤ ਇਹ ਹੈ ਕਿ ਤੁਹਾਡੇ ਸ਼ਬਦ ਸ਼ਰਧਾ ਅਤੇ ਪ੍ਰੇਮ ਵਿੱਚ ਭਿੱਜੇ ਹੋਣ, ਸਿਰਫ ਗਿਣੀਆਂ ਮਿਥੀਆਂ ਗੱਲਾਂ ਨਾ ਹੋਣ। ਮਨ ਵਿੱਚ ਸ਼ਰਧਾ ਹੋਵੇ, ਵਿਸ਼ਵਾਸ ਹੋਵੇ ਕਿ ਇਹ ਜੋ ਮੈਂ ਕਰ ਰਹੀ ਹਾਂ ਇਹਦਾ ਫਲ ਮੈਨੂੰ ਜ਼ਰੂਰ ਮਿਲੇਗਾ ਅਤੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਮੇਰੀ ਗੱਲ ਨੂੰ ਧਿਆਨ ਨਾਲ ਜ਼ਰੂਰ ਸੁਣੂਗਾ, ਮੇਰਾ ਕੰਮ ਜ਼ਰੂਰ ਹੋਊਗਾ। ਫਿਰ ਸਤਿਗੁਰੂ ਜੀ ਸਾਡੀ ਗੱਲ ਸੁਣਨਗੇ। ਇਸ ਤੋਂ ਬਾਅਦ ਉਸ ਬੀਬੀ ਭੈਣ ਨੇ ਸਾਰਾ ਇੰਤਜ਼ਾਮ ਕਰਕੇ 40 ਦਿਨ ਇਸ ਵਿਧੀ ਨਾਲ ਸ੍ਰੀ ਜਾਪ ਸਾਹਿਬ ਜੀ ਦਾ ਪਾਠ ਕੀਤਾ। 50ਵੇਂ ਦਿਨ
ਉਸ ਭੈਣ ਜੀ ਦਾ ਪੁੱਤ ਘਰ ਆ ਗਿਆ ਸੀ। ਆਪਣੀ ਮਾਂ ਨੂੰ ਜੱਫੀ ਪਾ ਕੇ ਮਿਲਿਆ ਸੀ ਅਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ ਸੀ। ਫਿਰ ਉਹ ਹੌਲੀ ਹੌਲੀ ਆਪਣੇ ਹੀ ਘਰ ਟਿਕ ਗਿਆ ਸੀ। ਸੋ ਸੰਗਤ ਜੀ, ਇਸ ਤਰ੍ਹਾਂ ਉਹ ਬੱਚਾ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਦੇ ਪ੍ਰਤਾਪ ਨਾਲ ਘਰ ਵਾਪਸ ਆ ਗਿਆ ਸੀ। ਸੰਗਤ ਜੀ, ਇਸ ਤਰ੍ਹਾਂ ਅਸੀਂ ਵੀ ਗੁਰਬਾਣੀ ਨਾਲ ਪ੍ਰੇਮ ਪਾ ਕੇ ਆਪਣੀਆਂ ਵਿਗੜੀਆਂ ਔਲਾਦਾਂ ਨੂੰ ਸੁਧਾਰ ਸਕਦੇ ਹਾਂ, ਜਿਹੜੀਆਂ ਸਾਡੇ ਕਹਿਣੇ ਤੋਂ ਬਾਹਰ ਹੋ ਗਈਆਂ, ਆਖੇ ਨਹੀਂ ਲੱਗਦੀਆਂ, ਘਰਾਂ 'ਚ ਨਹੀਂ ਵੜਦੀਆਂ, ਜਾਂ ਦੂਜੇ ਧਰਮ ਉਹਨਾਂ ਨੇ ਗ੍ਰਹਿਣ ਕਰ ਲਏ ਹਨ। ਇਸ ਤਰ੍ਹਾਂ ਅਸੀਂ ਸ਼ਰਧਾ ਰੱਖ ਕੇ ਆਪਣੀਆਂ ਔਲਾਦਾਂ ਨੂੰ ਸੁਧਾਰ ਸਕਦੇ ਹਾਂ। ਪਰ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਸਾਨੂੰ ਗੁਰਬਾਣੀ ਨਾਲ ਪ੍ਰੇਮ ਕਰਨਾ ਪਵੇਗਾ। ਬਾਣੀ ਨੂੰ ਸ਼ਰਧਾ ਨਾਲ ਪੜ੍ਹ ਕੇ ਆਪਣੇ ਆਪ ਨੂੰ ਅੰਦਰੋਂ ਤਾਕਤਵਰ ਬਣਾਉਣਾ ਹੋਵੇਗਾ। ਚੰਗੇ ਮਨੁੱਖ ਬਣ ਕੇ ਪਹਿਲਾਂ ਸਾਨੂੰ ਵਾਹਿਗੁਰੂ ਜੀ ਦਾ ਵਿਸ਼ਵਾਸ ਜਿੱਤਣਾ ਪਵੇਗਾ। ਫਿਰ ਗੁਰਬਾਣੀ ਦੀਆਂ ਵਿਧੀਆਂ ਦੇ ਫੁਰਨੇ ਆਪਣੇ ਆਪ ਹੀ ਤੁਹਾਡੇ ਅੰਦਰ ਆਉਣ ਲੱਗ ਜਾਂਦੇ ਹਨ। ਸੰਗਤ ਜੀ, ਅਸੀਂ ਕਾਪੀ ਕੈਟ ਨਹੀਂ ਬਣਨਾ। ਪਹਿਲਾਂ ਆਪਣੇ ਆਪ ਨੂੰ ਗੁਰਬਾਣੀ ਪੜ੍ਹ ਕੇ ਤਾਕਤਵਰ ਕਰਨਾ, ਆਪਣੇ ਆਪ ਨੂੰ ਅੰਦਰੋਂ ਸਟਰੋਂਗ ਕਰਨਾ, ਆਪਣੇ ਆਪ ਨੂੰ ਅੰਦਰੋਂ ਐਨਰਜੀ ਦੇ ਨਾਲ ਭਰ ਲੈਣਾ। ਸਗੋਂ ਪਹਿਲਾਂ ਅਸੀਂ ਆਪ ਨਾਮ ਦੀ ਕਮਾਈ ਕਰਨੀ ਹੈ ਅਤੇ ਫਿਰ ਅਸੀਂ ਕਈ ਤਰੀਕਿਆਂ ਨਾਲ ਵਾਹਿਗੁਰੂ ਜੀ ਦੀ ਛਤਰ ਛਾਇਆ ਹੇਠ ਆਪਣੀਆਂ ਕਾਮਨਾਵਾਂ ਆਪ ਪੂਰੀਆਂ ਕਰਨੀਆਂ ਹਨ। ਉਮੀਦ ਹੈ ਕਿ ਤੁਸੀਂ ਆਪਣੀ ਹੀ ਨਾਮ ਦੀ ਕਮਾਈ ਵਿੱਚੋਂ ਆਪਣੀਆਂ ਹੀ ਬਰਕਤਾਂ ਦੇ ਖਜ਼ਾਨੇ ਵਰਤਣ ਦਾ ਉਪਰਾਲਾ ਕਰੋਗੇ। ਫਿਰ ਤੁਹਾਨੂੰ ਮੇਰੇ ਵਰਗੇ ਕਿਸੇ ਹੋਰ ਦੇ ਪਿੱਛੇ ਨਹੀਂ ਭੱਜਣਾ ਪਵੇਗਾ। ਇਸ ਤਰ੍ਹਾਂ ਸ਼ਰਧਾ ਨਾਲ ਗੁਰਬਾਣੀ ਪੜ੍ਹਿਆ ਕਰੋ, ਆਪਣੇ ਆਪ ਨੂੰ ਤਕੜੇ ਬਣਾਓ, ਸ਼ਰਧਾ ਨਾਲ ਭਰ ਲਓ, ਵਾਹਿਗੁਰੂ ਜੀ ਦੇ ਪ੍ਰੇਮ ਦੇ ਨਾਲ ਭਰ ਲਓ ਆਪਣੇ ਆਪ ਨੂੰ। ਤੁਹਾਡੇ ਅੰਦਰ ਤੁਸੀਂ ਆਪਣੇ ਆਪ ਨੂੰ ਇੰਨਾ ਭਰ ਲਓ ਗੁਰਬਾਣੀ ਦੇ ਪਿਆਰ ਨਾਲ ਕਿ ਤੁਹਾਡੇ ਅੰਦਰ ਦੁਬਿਧਾ, ਸ਼ੰਕਾ ਅਤੇ ਹੋਰ ਕੋਈ ਮਾੜੀ ਗੱਲ, ਮਾੜੇ ਵਿਚਾਰ ਨੂੰ ਥਾਂ ਹੀ ਨਾ ਮਿਲੇ। ਸੋ ਸੰਗਤ ਜੀ, ਬਾਕੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।